हाँ जी स्टूडेंट गेम चेंजर सिंपल अप्रोच चैनल विच मेरे वालों जानी कि जी के वालों थोड़ा स्वागत किया जाता है जी। ਆਪਾਂ पढ़ रहे थे कि भारत का संविधानिक विकास ਉਹਦੇ अधीन ਆਪਾਂ एक्ट पढ़े थे। एक तो ਜਿਹੜਾ ਆਪਾਂ ਲਾਸਟ ਵਾਲਾ ਐਕਟ ਪੜ੍ਹਿਆ ਸੀ 1833 ਦਾ ਚਾਰਟਰ ਐਕਟ ਪੜ੍ਹਿਆ ਸੀ। 1853 ਦਾ ਚਾਰਟਰ ਐਕਟ ਆਪਾਂ ਪੜ੍ਹਨਾ ਸੀਗਾ, ਲੇਕਿਨ ਉਸ ਤੋਂ ਪੜ੍ਹਨ ਤੋਂ ਪਹਿਲਾਂ ਆਪਾਂ ਸੰਵਿਧਾਨ ਦੇ ਜਿਹੜੇ ਮੁੱਖ 3 ਅੰਗ ਆ ਉਹਨਾਂ ਬਾਰੇ ਵਿਚਾਰ ਚਰਚਾ ਕਰਾਂਗੇ, ਕਿਉਂਕਿ ਜਿਹੜੇ ਐਕਟ ਹੈ ਹੁਣ ਜਿਹੜੇ ਐਕਟ ਹੈ ਇਸ ਤੋਂ ਗਾਂ 1853 ਦਾ ਐਕਟ ਹੈ ਤਾਂ ਉਹ ਸੰਵਿਧਾਨ ਦੇ ਅੰਗਾਂ ਦੇ ਨਾਲ ਜਾਣੀ ਕਿ ਰਿਲੇਟਡ ਕੁਝ ਜਿਹੜੇ ਮਹੱਤਵਪੂਰਨ ਜਿਹੜੇ ਆ ਉਹਦੇ ਵਿੱਚ ਬਦਲਾਅ ਕੀਤੇ ਗਏ ਆ। ਉਹ ਆਪਾਂ ਤਦ ਹੀ ਸੌਖੇ ਤਰੀਕੇ ਨਾਲ ਸਮਝ ਸਕਦੇ ਹਾਂ ਜੇ ਆਪਾਂ ਨੂੰ ਪਤਾ ਹੋਊ ਕਿ ਸੰਵਿਧਾਨ ਦੇ ਅੰਗ ਕਿਹੜੇ ਹੈ। ਠੀਕ ਹੈ ਜੀ, ਇਹਨਾਂ ਦਾ ਕੀ ਕੰਮ ਹੈ। ਤਾਂ ਉਹਦੇ ਵਿੱਚ ਜਿਹੜੇ ਹੁਣ ਸੰਵਿਧਾਨ ਦੇ ਜਿਹੜੇ ਐਕਟ ਜਿਹੜੇ ਹੁਣ ਆ ਰਹੇ ਨੇ ਉਹ ਸਿਰਫ ਇਹਨਾਂ ਅੰਗਾਂ 'ਤੇ ਹੀ ਜ਼ਿਆਦਾ ਨਿਰਭਰ ਕਰਦੇ ਨੇ, ਇਹਨਾਂ ਵਿੱਚ ਹੀ ਫੇਰ ਬਦਲ ਉਹਨਾਂ ਐਕਟਾਂ ਦੇ ਦੁਆਰਾ ਜ਼ਿਆਦਾ ਕੀਤਾ ਗਿਆ। ਆਓ ਅੱਜ ਸਮਝਦੇ ਹਾਂ ਆਪਾਂ ਪਹਿਲਾਂ ਜਿਹੜੇ ਸੰਵਿਧਾਨ ਦੇ ਅੰਗ ਹੈ ਉਹਨਾਂ ਬਾਰੇ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਦੋਂ ਤੁਸੀਂ ਇਸ ਅੰਗਾਂ ਨੂੰ ਸਮਝ ਗਏ, ਜਿਹੜੇ ਸੰਵਿਧਾਨ ਦੀ ਅੱਜ ਦੀ ਕਲਾਸ ਨੂੰ ਸਮਝ ਲਿਆ, ਤਾਂ ਜਿਹੜੇ ਐਕਟ ਹੈ ਤੁਸੀਂ ਦੇਖੋਗੇ ਕਿ ਉਹ ਕਈ ਵਾਰ ਸਮਝ 'ਚ ਹੀ ਨਹੀਂ ਪੈਂਦੇ, ਕਿ ਉਹ ਦਿਮਾਗ 'ਚੋਂ ਨਿਕਲ ਜਾਂਦੇ ਆ ਜੀ। ਕੇਂਦਰੀ ਵਿਧਾਨ ਪ੍ਰੀਸ਼ਦ ਦਾ ਜਨਮ ਹੈ, ਠੀਕ ਹੈ ਜੀ, ਵਿਧਾਨ ਪਾਲਕਾਂ ਨੂੰ ਹੈ, ਕਾਰਜਪਾਲਕਾਂ ਤੋਂ ਵੱਖ ਹੈ, ਉਹਦੀ ਲੈਂਗੁਏਜ ਹੀ ਇਸ ਤਰ੍ਹਾਂ ਦੀ ਹੈ। ਠੀਕ ਹੈ ਜੀ, ਹੁਣ ਦੇਖੋ ਇਹ ਐਕਟ ਹੈ 1853 ਦਾ ਐਕਟ ਜੇ ਅੱਜ ਆਪਾਂ ਪੜ੍ਹਨਾ ਹੈ ਤਾਂ ਉਹ ਆ ਰਿਹਾ 1853 ਅਤੇ ਆਪਾਂ ਹੁਣ ਅੱਜ ਦੀ ਤਰੀਕ ਦੇਖੀਏ, ਅੱਜ ਦੀ ਵੀ ਤੁਸੀਂ ਛੱਡੋ, ਅੱਜ ਤੋਂ ਪਹਿਲਾਂ ਵੀ ਦੇਖੋ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਅਤੇ ਜਿਹੜਾ ਆਪਣਾ ਸੰਵਿਧਾਨ ਹੈ ਉਹ ਤਾਂ 1950 ਦੇ ਵਿੱਚ ਲਾਗੂ ਹੋਇਆ। ਉਹਦੇ ਵਿੱਚ ਚੀਜ਼ਾਂ ਬਦਲੀਆਂ ਗਈਆਂ ਨੇ, ਉਹ ਚੀਜ਼ਾਂ ਨੂੰ ਦਾ ਤਾਲਮੇਲ ਜਿਹੜਾ ਨਾ ਆਪਣੇ ਦਿਮਾਗ ਦੇ ਵਿੱਚ ਸਹੀ ਤਰ੍ਹਾਂ ਬੈਠਦਾ ਹੈ। ਉਸ ਦਾ ਕਾਰਨ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਸੰਦਰਭ ਦੇ ਵਿੱਚ ਰੱਖ ਕੇ ਹੋਣ ਵਾਲੀਆਂ ਨੂੰ ਵੀ ਅਤੇ ਪੁਰਾਣੀਆਂ ਨੂੰ ਵੀ ਰੱਖ ਕੇ, ਕਿਉਂਕਿ ਉਹਨਾਂ ਦੇ ਨੇਮ ਚੇਂਜ ਪਰਿਵਰਤਨ ਹੈ, ਚੀਜ਼ਾਂ ਇੱਕ ਹੀ ਹੈ। ਠੀਕ ਹੈ ਜੀ, ਮੈਂ ਆਸ ਕਰਦਾ ਅਤੇ ਮੈਂ ਤੁਹਾਡੇ ਨਾਲ ਵਾਅਦਾ ਵੀ ਕਰਦਾ ਕਿ ਜੇ ਤੁਸੀਂ ਅੱਜ ਦੀ ਕਲਾਸ ਇਹ ਸਮਝ ਲਈ ਤਾਂ ਤੁਹਾਨੂੰ ਜਿਹੜੇ ਅਗਲੇ ਚਾਰਟਰ ਐਕਟ ਹੈ ਉਹ ਸਮਝਣ ਵਿੱਚ ਕੋਈ ਵੀ ਦਿੱਕਤ ਨਹੀਂ ਆਊਗੀ। ਕਿਸੇ ਕਿਸਮ ਦਾ ਇੱਕ ਵੀ ਕੁਐਸਚਨ ਜਿਹੜਾ ਹੈ ਉਹ ਕਿਤੋਂ ਇੱਧਰੋਂ ਉੱਧਰੋਂ ਨਹੀਂ ਆਵੇਗਾ ਜੇ ਤੁਸੀਂ ਇਹ ਸਮਝ ਲੈਂਦੇ ਹੋ। ਠੀਕ ਹੈ ਜੀ, ਆਪਾਂ ਜਾਣਦੇ ਹਾਂ ਜੀ ਸੰਵਿਧਾਨ ਦੇ ਮੁੱਖ 3 ਅੰਗ ਹੈ ਜੀ। ਠੀਕ ਹੈ ਜੀ, ਆਹ ਹੈਡਿੰਗ ਜਿਹੜੀ ਅਗਲੀ ਕਲਾਸ ਹੈ ਆਪਣਾ ਚਾਰਟਰ ਐਕਟ ਉਹ ਆਪਾਂ ਅਗਲੀ ਕਲਾਸ 'ਚ ਕਰਾਂਗੇ, ਜੇ ਹੋ ਸਕਿਆ ਤਾਂ ਕੁਝ ਇਸ ਵਿੱਚ ਵੀ ਉਹਨੂੰ ਡਿਸਕਸ ਕਰਾਂਗੇ। ਲੇਕਿਨ ਪਹਿਲਾਂ ਆਪਾਂ ਕਰਦੇ ਹਾਂ ਸੰਵਿਧਾਨ ਦੇ ਅੰਗ। ਸੰਵਿਧਾਨ ਦੇ ਅੰਗ ਸੰਵਿਧਾਨ ਦੇ ਜੀ ਮੁੱਖ 3 ਅੰਗ ਹੈ ਜੀ। ਠੀਕ ਹੈ ਜੀ, ਤੁਸੀਂ ਦੇਖੋਗੇ ਸੰਵਿਧਾਨ ਦੇ 3 ਅੰਗ ਹੈ ਜੀ। ਕਿਹੜੇ ਕਿਹੜੇ ਹੈ ਜੀ? ਪਹਿਲਾ ਹੈਗਾ ਜੀ ਲੈਜਿਸਲੇਚਰ, 1 ਨੰਬਰ 'ਤੇ ਨੋਟ ਕਰੋ, ਲੈਜਿਸਲੇਚਰ। ਠੀਕ ਹੈ ਜੀ, ਦੂਸਰਾ ਹੈਗਾ ਜੀ ਐਗਜ਼ੀਕਿਊਟਿਵ, ਔਰ ਤੀਸਰਾ ਹੈਗਾ ਜੀ ਜੁਡੀਸ਼ਰੀ। ਠੀਕ ਹੈ ਜੀ, ਇਹਨੂੰ ਕਹਿੰਦੇ ਆ ਲੈਜਿਸਲੇਚਰ ਦਾ ਮਤਲਬ ਹੁੰਦਾ ਹੈ ਵਿਧਾਨ ਪਾਲਿਕਾ, ਜਾਂ ਇਹਨੂੰ ਪੰਜਾਬੀ ਦੇ ਵਿੱਚ ਹੋਰ ਵੀ ਇਹਨੂੰ ਕਹਿ ਦਿੰਦੇ ਵਿਧਾਨ ਪਾਲਿਕਾ ਨੂੰ ਵਿਧਾਨ ਮੰਡਲ ਵੀ ਕਹਿ ਦਿੰਦੇ ਆ ਜੀ। 2 ਨਿਯਮ ਹੈ। ਠੀਕ ਹੈ ਜੀ, ਐਗਜ਼ੀਕਿਊਟ ਦਾ ਮਤਲਬ ਹੁੰਦਾ ਜੀ ਕਾਰਜਪਾਲਿਕਾ, ਠੀਕ ਹੈ ਜੀ, ਅਤੇ ਜੁਡੀਸ਼ਰੀ ਦਾ ਮਤਲਬ ਹੁੰਦਾ ਹੈ ਨਿਆਂਪਾਲਿਕਾ, ਨਿਆਂਪਾਲਿਕਾ। ਠੀਕ ਹੈ, ਲੈਜਿਸਲੇਚਰ, ਲੈਜਿਸਲੇਚਰ ਜੋ ਹੈ ਇਹਦਾ ਕੀ ਕੰਮ ਹੈ? ਇਹਦਾ ਕੰਮ ਹੈ ਜੀ ਕਾਨੂੰਨ ਬਣਾਉਣਾ, ਕਾਨੂੰਨ ਬਣਾਉਣਾ, ਮੇਕਿੰਗ ਆਫ ਲਾ। ਮੇਕਿੰਗ ਆਫ ਲਾ। ਠੀਕ ਹੈ ਜੀ, ਤੇ ਐਗਜ਼ੀਕਿਊਟ ਦਾ ਕੰਮ ਹੈ ਜੀ ਕਾਨੂੰਨ ਨੂੰ ਲਾਗੂ ਕਰਨਾ। ਠੀਕ ਹੈ ਜੀ, ਇੰਪਲੀਮੈਂਟ ਆਫ ਲਾ। ਠੀਕ ਹੈ ਜੀ,
ਤੇ ਜੁਡੀਸ਼ਰੀ ਦਾ ਕੰਮ ਹੈ ਜੀ ਨਿਆਂ ਦੇਣਾ। ਨਿਆਂ ਦੇ ਵਿੱਚ ਕੀ ਹੈ ਕਿ ਜੇ ਕੋਈ ਲੈਜਿਸਲੇਚਰ ਵਿਧਾਨ ਪਾਲਕਾਂ ਦੇ ਦੁਆਰਾ ਕਾਨੂੰਨ ਬਣਾਇਆ ਜਾਂਦਾ ਹੈ, ਇਹਦੇ ਦੁਆਰਾ ਲਾਗੂ ਕੀਤਾ ਜਾਂਦਾ ਹੈ। ਜਦੋਂ ਇਹ ਲਾਗੂ ਕਰ ਦਿੱਤੀ ਜਾਂਦੀ ਹੈ, ਤੇ ਆਪਾਂ ਫਿਰ ਜੇ ਕੋਈ ਆਪਾਂ ਰਾਜ ਦੇ ਵਿੱਚ ਰਹਿੰਦੇ ਹਾਂ, ਤਾਂ ਆਪਾਂ ਜੇ ਕਿਸੇ ਕਾਨੂੰਨ ਦੀ ਉਲੰਘਣਾ ਕਰਦੇ ਹਾਂ ਤਾਂ ਉਹਦੀ ਸਜ਼ਾ ਜਿਹੜੀ ਹੈ, ਪਨਿਸ਼ਮੈਂਟ ਹੈ, ਉਹ ਜੁਡੀਸ਼ਰੀ ਦਿੰਦੀ ਹੈ ਜੀ। ਇਹਦਾ ਕੰਮ ਹੈ ਪਨਿਸ਼ਮੈਂਟ ਦੇਣਾ। ਪਨਿਸ਼ਮੈਂਟ ਦੇਣਾ ਜਾਂ ਨਿਆਂ ਦੇਣਾ, ਜਸਟਿਸ ਕਰਨਾ, ਠੀਕ ਹੈ ਜੀ, ਇਹਦਾ ਕੰਮ ਹੈ। ਠੀਕ ਹੈ ਜੀ। ਲੈਜਿਸਲੇਚਰ ਕੀ ਹੈ ਜੀ? ਲੈਜਿਸਲੇਚਰ ਦੇ ਵੀ ਦੋ ਹੈ ਜੀ ਪੱਧਰ। ਠੀਕ ਹੈ ਜੀ। ਲੈਜਿਸਲੇਚਰ ਦੇ ਦੋ ਪੱਧਰ ਹੈ ਜੀ। ਤੁਸੀਂ ਦੇਖੋਗੇ ਜੀ, ਇੱਕ ਤਾਂ ਹੈਗਾ ਜੀ ਕੇਂਦਰ ਵਿੱਚ, ਸੈਂਟਰ 'ਚ, ਸੈਂਟਰਲ। ਠੀਕ ਹੈ ਜੀ। ਇੱਕ ਹੈਗਾ ਜੀ ਸਟੇਟ 'ਚ। ਠੀਕ ਹੈ। ਹੁਣ ਤੁਸੀਂ ਦੇਖੋਗੇ ਕਾਰਜਪਾਲਿਕਾ। ਠੀਕ ਹੈ ਜੀ। ਕਾਰਜਪਾਲਿਕਾ ਵੀ ਦੋ ਪੱਧਰ 'ਤੇ ਹੈ ਜੀ। ਠੀਕ ਹੈ ਜੀ। ਇਹ ਵੀ ਇਹਦੇ ਪੈਰਲਲ ਹੀ ਦੋ ਪੱਧਰ 'ਤੇ ਹੈ, ਸੇਮ ਹੀ ਇਹਦੇ ਵਾਂਗ। ਠੀਕ ਹੈ ਜੀ। ਇੱਕ ਤਾਂ ਹੈਗੀ ਆ ਸੈਂਟਰਲ, ਜਿਹਨੂੰ ਕਹਿੰਦੇ ਆ ਕੇਂਦਰ ਦੇ ਵਿੱਚ, ਸੈਂਟਰਲ। ਇੱਕ ਹੈਗੀ ਸਟੇਟ, ਮਤਲਬ ਰਾਜ। ਠੀਕ ਹੈ ਜੀ। ਨਿਆਂਪਾਲਿਕਾ। ਠੀਕ ਹੈ ਜੀ। ਨਿਆਂਪਾਲਿਕਾਂ ਦਾ ਕੀ ਹੈ ਜੀ? ਨਿਆਂਪਾਲਿਕਾਂ ਦਾ ਮਤਲਬ ਹੁੰਦਾ ਜੀ, ਜਿਵੇਂ ਇਹਦੇ ਵਿੱਚ ਸੰਸਥਾਵਾਂ ਆ ਜਾਂਦੀਆਂ, ਸੁਪਰੀਮ ਕੋਰਟ SC, ਉਸ ਤੋਂ ਥੱਲੇ ਆ ਜਾਂਦੀ ਹੈ ਜੀ ਹਾਈ ਕੋਰਟ। ਠੀਕ ਹੈ ਜੀ। ਉਸ ਤੋਂ ਥੱਲੇ ਆ ਜਾਂਦੀ ਹੈ ਡਿਸਟ੍ਰਿਕਟ ਕੋਰਟ। ਠੀਕ ਹੈ ਜੀ। ਸਮਝ ਗਏ ਜੀ। ਨਿਆਂਪਾਲਿਕਾਂ ਦੇ ਵਿੱਚ ਇਹ ਚੀਜ਼ਾਂ ਆ ਜਾਂਦੀਆਂ, ਅਦਾਲਤਾਂ। ਹੁਣ ਦੀ ਜੇਕਰ ਵਰਤਮਾਨ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਕਿੰਨੀਆਂ ਹਾਈ ਕੋਰਟ ਹੈ ਜੀ? 25 ਹੈ ਜੀ। ਨਵੀਂ ਕਿਹੜੀ ਹੈ ਜੀ? ਆਂਧਰਾ ਪ੍ਰਦੇਸ਼ ਦੀ ਨਵੀਂ ਹਾਈ ਕੋਰਟ ਬਣੀ ਹੈ, ਅਮਰਾਵਤੀ ਦੇ ਵਿੱਚ। ਠੀਕ ਹੈ। ਸਭ ਤੋਂ ਪੁਰਾਣੀ ਜਿਹੜੀ ਆਪਾਂ ਜੇਕਰ ਗੱਲ ਕੀਤੀ ਜਾਵੇ ਤਾਂ ਹਾਈ ਕੋਰਟ ਕਿਹੜੀ ਹੈ ਜੀ? SC। ਤਾਂ ਪੁਰਾਣੀ ਹਾਈ ਕੋਰਟ ਜਿਹੜੀ ਹੈਗੀ, ਉਹ ਹੈਗੀ ਹੈ ਜੀ ਕੋਲਕਾਤਾ ਦੀ। ਕੋਲਕਾਤਾ ਦੀ ਜਿਹੜੀ ਹਾਈ ਕੋਰਟ ਹੈ ਜੀ, ਉਹ ਸਭ ਤੋਂ ਪੁਰਾਣੀ ਹੈ। ਠੀਕ ਹੈ ਜੀ। ਇਹਦਾ ਜਿਹੜੀ ਕਲਕੱਤਾ ਦੀ ਹਾਈ ਕੋਰਟ ਹੈ, ਉਹ ਬਣੀ ਹੈ ਜੀ 1862 ਦੇ ਵਿੱਚ। ਠੀਕ ਹੈ ਜੀ। ਤੇ ਇਹਦਾ ਜਿਹੜਾ ਪਹਿਲਾ ਮੁੱਖ ਜੱਜ ਸੀਗਾ, ਉਹਦਾ ਨਾਂ ਹੈਗਾ ਜੀ ਬਰਨਸ ਪੀਆਕੌਕ। ਠੀਕ ਹੈ ਜੀ। ਇੱਥੇ ਤੱਕ ਤੁਸੀਂ ਦੇਖ ਲਓਗੇ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੋਨਾਂ ਪਹਿਲੂਆਂ 'ਤੇ। ਉਹ ਨਿਆਂਪਾਲਿਕਾਂ ਦਾ ਤੁਸੀਂ ਇੰਨਾ ਸਮਝ ਗਏ, ਸਿਰਫ ਇੰਨੇ ਚੀਜ਼ਾਂ ਨੂੰ ਨੋਟ ਕਰ ਲਓ ਅੱਜ ਦੇ ਸੰਦਰਭ ਦੇ ਵਿੱਚ, ਕਿ ਇਹ ਪਨਿਸ਼ਮੈਂਟ ਦਿੰਦੀ ਹੈ ਜੋ ਇਹਨਾਂ ਨੂੰ ਲੱਗਾ ਕਰਦੀ ਹੈ। ਇੱਕ ਸੁਪਰੀਮ ਕੋਰਟ ਹੁੰਦੀ ਹੈ, ਤੁਹਾਨੂੰ ਪਤਾ ਹੈ, ਪਹਿਲੀ ਸੁਪਰੀਮ ਕੋਰਟ 1773 'ਚ, ਰੈਗੂਲੇਟਰੀ ਐਕਟ 'ਚ ਵੀ ਆਪਾਂ ਪੜ੍ਹ ਚੁੱਕੇ ਹਾਂ। ਹਾਈ ਕੋਰਟ ਹੁੰਦੀ ਹੈ, ਫਿਰ ਉਸ ਤੋਂ ਪਹਿਲੇ ਡਿਸਟ੍ਰਿਕਟ ਕੋਰਟ ਹੁੰਦੀ ਹੈ। ਕੁੱਲ ਹਾਈ ਕੋਰਟ ਦੀ ਗਿਣਤੀ ਕਿੰਨੀ ਹੈ ਜੀ? ਹੁਣ ਹੈਗੀਆਂ ਜੀ 25। ਨਵੀਂ ਕਿਹੜੀ ਬਣੀ ਹੈ? ਨਵੀਂ ਆਂਧਰਾ ਪ੍ਰਦੇਸ਼ ਦੇ ਵਿੱਚ ਬਣੀ ਹੈ। ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੀ ਹੈ, ਉਹ ਨਵੀਂ ਹਾਈ ਕੋਰਟ ਬਣੀ ਹੈ, ਅਮਰਾਵਤੀ। ਠੀਕ ਹੈ ਜੀ। ਪੁਰਾਣੀ ਕਿਹੜੀ ਹੈ ਜੀ? ਪੁਰਾਣੀ ਜਿਹੜੀ ਹੈ, ਇਹ ਹੈ ਜੀ ਕਲਕੱਤਾ ਦੇ ਵਿੱਚ, 1862 ਦੇ ਈਸਵੀ ਦੇ ਵਿੱਚ ਬਣੀ ਸੀ। ਬਰਨਸ ਆ ਹੈਗੇ ਜੀ ਪੀਆਕੌਕ, ਜਿਹੜੇ ਉਹਦੇ ਮੁੱਖ ਜੱਜ ਸੀਗੇ। ਠੀਕ ਹੈ ਜੀ। ਕਲਕੱਤਾ ਦੀ ਹਾਈ ਕੋਰਟ ਦੇ ਪਹਿਲੇ ਮੁੱਖ ਜੱਜ। ਬਹੁਤ ਇੰਪੋਰਟੈਂਟ ਹੈ ਜੀ। SST ਵਾਲੇ ਜਿਹੜੇ ਟੀਚਰ ਆਪਣੇ ਮਾਸਟਰ ਵਾਲੀ ਤਿਆਰੀ ਮਾਸਟਰ ਕੇਡਰ ਦੀ ਤਿਆਰੀ ਕਰਦੇ ਜੀ। ਠੀਕ ਹੈ ਜੀ। ਇਸ ਨੂੰ ਤੁਸੀਂ ਹੁਣ ਇਸ ਪਹਿਲ ਨੂੰ ਇੱਥੇ ਹੀ ਛੱਡ ਦਿਓ। ਠੀਕ ਹੈ ਜੀ। ਇਸ ਚੀਜ਼ ਦਾ ਨਿਆਂਪਾਲਿਕਾਂ ਦਾ ਆਪਾਂ ਜੋ ਵੀ ਹੈ ਸਮਝਣ ਵਾਲਾ ਕੰਮ, ਉਹ ਇੱਥੇ ਖਤਮ ਕਰਤਾ ਜੀ। ਇਹਨੂੰ ਕਰ ਦਿੰਦੇ ਆਪਾਂ ਰਫ। ਠੀਕ ਹੈ ਜੀ। ਕਿਉਂਕਿ ਬਲੈਕ ਬੋਰਡ 'ਤੇ ਉਹਨਾਂ ਥਾਂ ਹੈ ਨਹੀਂ ਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ, ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਾਂ ਵਿਧਾਨ ਪਾਲਿਕਾ ਦੀ। ਠੀਕ ਹੈ ਜੀ। ਦੇਖੋ ਜੀ, ਸੈਂਟਰ 'ਚ ਵਿਧਾਨ ਪਾਲਿਕਾਂ 'ਤੇ ਕੀ ਹੈ ਜੀ? ਸੰਸਦ ਹੈ ਜੀ, ਪਾਰਲੀਮੈਂਟ। ਠੀਕ ਹੈ ਜੀ। ਰਾਜ 'ਚ ਕੀ ਹੈ ਜੀ? ਰਾਜ 'ਚ ਇਹੀ ਚੀਜ਼ ਹੈ, ਵਿਧਾਨ ਮੰਡਲ ਹੈ, ਲੈਜਿਸਲੇਚਰ ਹੀ ਹੈ, ਉਹਨੂੰ ਨਾਂ ਦਿੱਤਾ ਗਿਆ ਵਿਧਾਨ ਮੰਡਲ ਹੈ। ਠੀਕ ਹੈ ਜੀ।
ठीक है। इनू इंग्लिश विच लैजिसलेचर, विधान पालकां नूं भी लैजिसलेचर कह दिंदे आ, विधान मंडल नूं भी कह दिंदे, इन्हां ख्याल रखोगे। संसद नूं पार्लीमेंट कहंदे आ, ठीक है जी। ये हुण आपां सेंटर सरकार दा पढ़ रहे हैं कि सेंटर सरकार दा हुण इधर है, राज सरकार दा इधर है। संसद दे विच की है जी, संसद दे विच हैगे आ जी लोक सभा, एक तो ये अंग है, ठीक है जी, संसद का। दूसरा हैगा जी राज सभा, ते तीजा हैगा जी राष्ट्रपति। ठीक है जी। हुण तुसीं देखियो कि इस तरह ही राज दे विच विधान मंडल च की है जी, एक हुंदी है जी विधान सभा, ठीक है जी, ते दूसरी हुंदी है जी विधान परिषद, ते तीजा इहदा अंग हुंदा जी राजपाल। ठीक है जी। हुण देखो इंग्लिश दे विच देख लो इन्हां नूं की कहंदे आ, लोक सभा नूं की कहंदे आ जी हाउस ऑफ द पीपल, हाउस ऑफ द पीपल पी है जी। तो राज सभा नूं कहंदे आ जी काउंसल ऑफ द स्टेट। ठीक है जी। राष्ट्रपति ने तो तुहानूं पता ही है प्रेजिडेंट कहंदे आ जी। ठीक है जी, इहदे विच कोई शक नहीं है। ठीक है जी। विधान मंडल नूं की कहंदे आ जी, विधान मंडल नूं लैजिसलेचर ही कहंदे हैं। ठीक है, इंग्लिश विधान सभा नूं कहंदे आ जी लैजिसलेटिव असैंबली। ठीक है जी, लैजिसलेटिव असैंबली। ठीक है जी, असैंबली दे मीनिंग तुसीं समझ लो असैंबली। ठीक है जी। विधान परिषद नूं कहंदे आ जी लैजिसलेटिव काउंसल। ठीक है जी, मैं शॉर्ट च लिख देना, इत्थे काउंसल लिख देना जी, लैजिसलेटिव, इनू लैजिसलेटिव असैंबली, इनू कहंदे लैजिसलेटिव काउंसल। ठीक है जी। राजपाल नूं कहंदे जी गवर्नर। ठीक है जी। ठीक है जी। ये हैगा जी विधान पालका की संरचना। ठीक है, ਇਹਦੇ ਵਿੱਚ ਕੀ ਹੈ ਕਿ ਵਿਧਾਨ ਪਾਲਕਾਂ ਦੀ ਸੰਰਚਨਾ ਦੇ ਵਿੱਚ ਕੇਂਦਰ ਦੇ ਵਿੱਚ ਕੀ ਹੈ, ਕੇਂਦਰ ਦੇ ਵਿੱਚ ਹੈਗਾ ਜੀ ਸੰਸਦ, ਸੰਸਦ ਦੇ ਤਿੰਨ ਅੰਗ ਹਨ, ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ। ਅਤੇ ਜਦੋਂ ਰਾਜ 'ਚ ਜਾਂਦੇ ਹਾਂ ਤਾਂ ਰਾਜ ਦੀ ਵਿਧਾਨ ਪਾਲਕਾਂ ਦੇ ਤਿੰਨ ਅੰਗ ਹਨ, ਵਿਧਾਨ ਸਭਾ, ਵਿਧਾਨ ਪਰਿਸ਼ਦ ਅਤੇ ਰਾਜਪਾਲ। ਠੀਕ ਹੈ ਜੀ। ਆਪਾਂ ਹੁਣ ਜਿਹੜਾ ਐਕਟ ਪੜ੍ਹ ਰਹੇ ਸੀਗੇ ਉਹ ਹੈਗਾ ਸੀਗਾ ਜੀ 1853 ਦਾ ਐਕਟ। ਠੀਕ ਹੈ ਜੀ। ਉਹਦੇ ਅੰਤਰਗਤ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝੋਗੇ, ਜੋ ਤੁਸੀਂ ਉਹ ਹੇਠਾਂ ਲਿਖ ਲਿਆ, ਜੋ ਮੈਂ ਮਿਟਾਤਾ ਤੁਸੀਂ ਲਿਖ ਵੀ ਸਕਦੇ ਹੋ, ਕਿਉਂਕਿ ਉਹਦੇ ਵਿੱਚ ਆਪਾਂ ਗਵਰਨਰ ਜਨਰਲ ਨੂੰ ਦੇਖਣਾ ਹੈ, ਉਹਦੀ ਐਗਜ਼ੀਕਿਊਟਿਵ ਕਾਊਂਸਲ ਵੇਖਣਾ ਹੈ, ਇਸ ਕਰਕੇ ਤੁਹਾਨੂੰ ਆ ਜਿਹੜਾ ਰਾਸ਼ਟਰਪਤੀ ਹੈ ਜਾਂ ਇੱਧਰ ਰਾਜਪਾਲ ਹੈ ਉਹ ਥੋੜ੍ਹਾ ਜਿਹਾ ਕਨਫਿਊਜ਼ ਨਾ ਕਰੇ, ਮੈਂ ਇਸ ਨੂੰ ਰਫ ਕਰ ਦਿੱਤਾ ਹੈ। ਠੀਕ ਹੈ ਜੀ। ਹੁਣ ਤੁਸੀਂ ਇਹ ਦੇਖੋ ਕਿ ਸੰਸਦ ਕਿਹੜੇ ਆਰਟੀਕਲ ਰਾਹੀਂ ਹੈ ਜੀ, ਸੰਸਦ ਹੈਗਾ ਜੀ ਆਰਟੀਕਲ 79 ਦੇ ਰਾਹੀਂ ਰਚਨਾ। ਠੀਕ ਹੈ ਜੀ। ਲੋਕ ਸਭਾ ਦੀ ਕਦੋਂ ਹੈ ਜੀ, ਲੋਕ ਸਭਾ ਹੈਗਾ ਜੀ 81। ਠੀਕ ਹੈ ਜੀ। ਅਤੇ ਰਾਜ ਸਭਾ ਹੈਗਾ ਜੀ 80। ਠੀਕ ਹੈ ਜੀ। ਲੋਕ ਸਭਾ ਨੂੰ ਨਿਮਨ ਸਦਨ ਆਖਦੇ ਆ। ਠੀਕ ਹੈ ਜੀ, ਲੋਅਰ, ਅਤੇ ਰਾਜ ਸਭਾ ਨੂੰ ਅੱਪਰ ਸਦਨ ਆਖਦੇ ਆ ਜੀ। ਠੀਕ ਹੈ ਜੀ। ਇਸੇ ਤਰ੍ਹਾਂ ਵਿਧਾਨ ਮੰਡਲ ਦੀ ਸੰਰਚਨਾ ਕਿੱਥੇ ਹੈ ਜੀ, ਵਿਧਾਨ ਮੰਡਲ ਦਾ ਹੈਗਾ ਜੀ 168 ਆਰਟੀਕਲ। ਠੀਕ ਹੈ ਜੀ। ਔਰ ਵਿਧਾਨ ਸਭਾ ਦੀ ਹੈਗੀ ਹੈ ਜੀ 170, ਅਤੇ ਵਿਧਾਨ ਪਰਿਸ਼ਦ ਦੀ ਹੈਗੀ 169। ਠੀਕ ਹੈ ਜੀ। ਅੱਜ ਦੀ ਡੇਟ ਗੱਲ ਕੀਤੀ ਜਾਵੇ, ਅੱਜ ਦੇ ਸੰਦਰਭ ਦੇ ਵਿੱਚ ਵਿਧਾਨ ਪਰਿਸ਼ਦ ਦੇ ਬਾਰੇ ਨੋਟ ਕਰਿਓ ਜੀ ਜ਼ਰੂਰੀ। ਇਹ 6 ਰਾਜਾਂ ਵਿੱਚ ਹੈ ਜੀ, 6 ਰਾਜਾਂ ਵਿੱਚ ਕਿਹੜੇ ਕਿਹੜੇ ਹੈ ਜੀ ਉਹ, ਇੱਕ ਤਾਂ ਹੈਗਾ ਜੀ ਆਂਧਰਾ ਪ੍ਰਦੇਸ਼। ਠੀਕ ਹੈ। ਇੱਕ ਹੈਗਾ ਜੀ ਆਪਣਾ ਯੂਪੀ, ਉੱਤਰ ਪ੍ਰਦੇਸ਼ ਜਿਹਨੂੰ ਕਹਿੰਦੇ ਆ, ਬਿਹਾਰ, ਠੀਕ ਹੈ ਜੀ, ਤੀਜਾ। ਚੌਥਾ ਹੈਗਾ ਜੀ ਮਹਾਰਾਸ਼ਟਰ।
ਮਹਾਰਾਸ਼ਟਰ। ਤੇ ਪੰਜਵਾਂ ਹੈਗਾ ਜੀ ਤੇਲੰਗਾਨਾ। ਛੇਵਾਂ ਹੈਗਾ ਜੀ ਕਰਨਾਟਕਾ ਜੀ, ਠੀਕ ਹੈ ਜੀ। ਇੱਥੇ ਹੈਗੀ ਜੀ ਵਿਧਾਨ ਪ੍ਰੀਸ਼ਦ। ਸਿਰਫ ਆਪਾਂ ਵਿਧਾਨ ਪ੍ਰੀਸ਼ਦ ਦੀ ਗੱਲ ਕਰ ਰਹੇ ਹਾਂ। ਸਭ ਤੋਂ ਜ਼ਿਆਦੀਆਂ ਵਿਧਾਨ ਪ੍ਰੀਸ਼ਦ ਦੀਆਂ ਸੀਟਾਂ ਕਿਹੜੀਆਂ ਜੀ? ਯੂਪੀ ਦੀਆਂ 100 ਸੀਟ ਹੈ ਜੀ। 90 ਚੁਣ ਕੇ ਜਾਂਦੇ ਆ, 10 ਜਿਹੜੇ ਰਾਜਪਾਲ ਗਵਰਨਰ ਦੁਆਰਾ ਜਿਹੜੇ ਨਿਯੁਕਤ ਕੀਤੇ ਜਾਂਦੇ ਆ, ਠੀਕ ਹੈ ਜੀ। ਇਹ ਹੈ ਜੀ ਅੱਜ ਦੀ ਆਪਣੀ ਜਿਹੜੀ ਹੈਗੀ ਅੱਜ ਦੀ ਡੇਟ ਦੇ ਵਿੱਚ ਜੋ ਵੀ ਹੈ ਸੰਰਚਨਾ ਵਿਧਾਨ ਪਾਲਕਾਂ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੁਡੀਸ਼ਰੀ ਦਾ। ਆਪਾਂ ਨਿਆਂਪਾਲਕਾਂ ਦਾ ਪਹਿਲਾਂ ਦੇਖ ਲਿਆ ਸੀਗਾ ਕੀ ਸਿਸਟਮ ਹੈ। ਵਿਧਾਨ ਪਾਲਕਾਂ ਦਾ ਹੁਣ ਆਪਾਂ ਇੱਥੇ ਸੰਰਚਨਾ ਦੇਖ ਲਈ ਕਿ ਆਹ ਉਹਦੀ ਸੰਰਚਨਾ ਹੈ, ਠੀਕ ਹੈ ਜੀ। ਵਿਧਾਨ ਪਾਲਿਕਾ ਕੇਂਦਰ ਦੇ ਪੱਧਰ 'ਤੇ ਵੀ ਹੁੰਦੀ ਹੈ, ਰਾਜ ਪੱਧਰ 'ਤੇ ਵੀ ਹੁੰਦੀ ਹੈ। ਇਹਦਾ ਕੰਮ ਕੀ ਹੈ? ਇਹਦਾ ਕੰਮ ਹੈ ਕਾਨੂੰਨ ਬਣਾਉਣਾ, ਮੇਕਿੰਗ ਆਫ ਲਾ, ਠੀਕ ਹੈ ਜੀ। ਜੋ ਕੇਂਦਰ ਦੇ ਪੱਧਰ 'ਤੇ ਹੁੰਦੀ ਹੈ ਤਾਂ ਕੇਂਦਰ ਦੇ ਕੀ ਹੈ? ਸੰਸਦ ਹੈ, ਪਾਰਲੀਮੈਂਟ ਹੈ, ਠੀਕ ਹੈ। ਪਾਰਲੀਮੈਂਟ ਦੇ ਅੰਗ ਕਿਹੜੇ? ਲੋਕ ਸਭਾ, ਰਾਜ ਸਭਾ ਅਤੇ ਥੱਲੇ ਆਪਾਂ ਪੜ੍ਹੇ ਰਾਸ਼ਟਰਪਤੀ, ਠੀਕ ਹੈ। ਸਟੇਟ ਪੱਧਰ 'ਤੇ ਹੁੰਦੀ ਹੈ ਤਾਂ ਰਾਜ ਅਤੇ ਵਿਧਾਨ ਮੰਡਲ, ਇਹਨੂੰ ਕਹਿੰਦੇ ਆ ਸੰਸਦ ਦੇ ਬਰਾਬਰ। ਜਿਵੇਂ ਵਿਧਾਨ ਮੰਡਲ, ਵਿਧਾਨ 'ਚ ਕੀ ਹੁੰਦਾ? ਵਿਧਾਨ ਸਭਾ, ਵਿਧਾਨ ਪ੍ਰੀਸ਼ਦ ਅਤੇ ਇੱਕ ਰਾਜਪਾਲ, ਇਹ ਦੇ 3 ਅੰਗ ਹਨ, ਠੀਕ ਹੈ ਜੀ। ਹੁਣ ਆਪਾਂ ਪੜ੍ਹਾਂਗੇ ਜੀ ਕਾਰਜਪਾਲਿਕਾ। ਇਹ ਕੀ ਚੀਜ਼ ਹੈ, ਠੀਕ ਹੈ ਜੀ। ਇਹਦੇ ਬਾਰੇ ਵਿਚਾਰ ਚਰਚਾ ਕਰਦੇ ਹਾਂ। ਦੇਖੋ ਜੀ, ਜਿਵੇਂ ਕਿ ਵਿਧਾਨ ਪਾਲਿਕਾ ਵੀ ਤੁਸੀਂ ਦੇਖਿਆ ਸੀਗਾ ਕੇਂਦਰ ਦੇ ਪੱਧਰ 'ਤੇ ਵੀ ਹੁੰਦੀ ਹੈ ਅਤੇ ਰਾਜ ਪੱਧਰ 'ਤੇ ਵੀ। ਇਸੇ ਤਰ੍ਹਾਂ ਇਹ ਵੀ ਹੈ, ਕੇਂਦਰ ਦੇ ਪੱਧਰ 'ਤੇ ਵੀ ਹੈ ਅਤੇ ਰਾਜ ਪੱਧਰ 'ਤੇ ਵੀ ਹੈ ਜੀ। ਇਹਦਾ ਕੰਮ ਕਰਦੀ ਹੈ ਇੰਪਲੀਮੈਂਟ ਆਫ ਲਾ, ਵੀ ਕਾਨੂੰਨ ਨੂੰ ਲਾਗੂ ਕਰਦੇ ਹੈ। ਕਿਹੜੇ ਅਧਿਕਾਰੀ ਹੈ ਜਿਹੜੇ ਜਿਨ੍ਹਾਂ ਦੇ ਰਾਹੀਂ ਕਾਨੂੰਨ ਬਣਦਾ? ਜਦੋਂ ਰਾਸ਼ਟਰਪਤੀ ਸਾਈਨ ਕਰਦੇ ਉਦੋਂ ਸੈਂਟਰ ਦੇ ਵਿੱਚ ਕਾਨੂੰਨ ਬਣ ਜਾਂਦਾ, ਜਦੋਂ ਰਾਜਪਾਲ ਕਰਦੇ ਅਤੇ ਉਦੋਂ ਫਿਰ ਰਾਜ ਦੇ ਵਿੱਚ ਕਾਨੂੰਨ ਬਣ ਜਾਂਦਾ। ਉਹਨਾਂ ਚੀਜ਼ਾਂ ਨੂੰ ਆਪਾਂ ਡਿਸਕਸ ਕਰਦੇ ਹਾਂ, ਠੀਕ ਹੈ ਜੀ। ਸੈਂਟਰਲ ਪੱਧਰ 'ਤੇ ਕੀ ਹੁੰਦਾ ਜੀ? ਰਾਸ਼ਟਰਪਤੀ, ਠੀਕ ਹੈ ਜੀ। ਅਤੇ ਉਸ ਤੋਂ ਥੱਲੇ ਕੀ ਹੁੰਦਾ ਜੀ? PM, ਪ੍ਰਧਾਨ ਮੰਤਰੀ, ਇਹ ਹੁੰਦਾ ਜੀ, ਠੀਕ ਹੈ ਜੀ। ਸੌਰੀ, ਉਪ ਰਾਸ਼ਟਰਪਤੀ, ਸੱਚ, ਵਾਈਸ ਪ੍ਰੈਜ਼ੀਡੈਂਟ। ਫਿਰ ਹੁੰਦਾ ਜੀ ਪ੍ਰਧਾਨ ਮੰਤਰੀ, ਫਿਰ ਉਹਦੀ ਆ ਜਾਂਦੀ ਹੈ ਮੰਤਰੀ ਪ੍ਰੀਸ਼ਦ, ਠੀਕ ਹੈ ਜੀ। ਕਿਉਂਕਿ ਇੱਕ ਜਦੋਂ ਕਾਨੂੰਨ ਬਣਦਾ ਹੈ ਨਾ ਕੋਈ ਵੀ, ਦੇਖੋ ਮੰਤਰੀ ਪ੍ਰੀਸ਼ਦ ਤੋਂ ਸ਼ੁਰੂਆਤ ਹੋਈ, ਪ੍ਰਧਾਨ ਮੰਤਰੀ ਕੋਲ ਗਿਆ, ਠੀਕ ਹੈ। ਪ੍ਰਧਾਨ ਮੰਤਰੀ ਤੋਂ ਬਾਅਦ ਐਂਡ ਵਾਲਾ ਸਟੈਪ ਕੀ ਹੁੰਦਾ? ਰਾਸ਼ਟਰਪਤੀ ਦੇ ਸਾਈਨ ਹੋ ਗਏ, ਕਾਨੂੰਨ ਬਣ ਗਿਆ, ਮਤਲਬ ਕਿ ਉਹ ਲਾਗੂ ਹੋ ਗਿਆ, ਠੀਕ ਹੈ ਜੀ। ਕਾਰਜਪਾਲਿਕਾ ਦਾ ਕੰਮ ਕੀ ਹੈ? ਲਾਗੂ ਕਰਨਾ। ਸਟੇਟ ਪੱਧਰ 'ਤੇ ਵੀ ਇਸੇ ਤਰ੍ਹਾਂ। ਪਹਿਲਾਂ ਕੀ ਹੁੰਦਾ ਜੀ? ਰਾਜਪਾਲ, ਗਵਰਨਰ, ਠੀਕ ਹੈ। ਫਿਰ ਕੀ ਆ ਜਾਂਦਾ ਜੀ? ਫਿਰ ਆ ਜਾਂਦਾ ਜੀ ਮੁੱਖ ਮੰਤਰੀ, ਫਿਰ ਆ ਜਾਂਦੀ ਹੈ ਜੀ ਮੰਤਰੀ ਪ੍ਰੀਸ਼ਦ, ਠੀਕ ਹੈ ਜੀ। ਦੇਖੋ ਜੀ ਮੰਤਰੀ ਪ੍ਰੀਸ਼ਦ ਦੇ ਵਿੱਚ ਦੇਖੋ ਕੀ ਹੁੰਦਾ ਹੈ। ਮੰਤਰੀ ਪ੍ਰੀਸ਼ਦ ਦੇ ਵਿੱਚ ਵੀ ਮੰਤਰੀਆਂ ਦੇ ਰੁਤਬੇ ਹੁੰਦੇ ਹੈ। ਕੋਈ ਕੈਬਨਿਟ ਮੰਤਰੀ ਹੁੰਦਾ ਹੈ, ਕੋਈ ਰਾਜ ਦਾ ਮੰਤਰੀ ਹੁੰਦਾ ਹੈ, ਠੀਕ ਹੈ ਜੀ, ਕੋਈ ਸੁਤੰਤਰ ਮੰਤਰੀ ਹੁੰਦਾ ਹੈ, ਠੀਕ ਹੈ ਜੀ। ਜਦੋਂ ਕਹਿੰਦੇ ਆ ਜੀ ਕੋਈ ਵਿਧਾਇਕ ਲੈ ਕੇ ਆਉਣਾ ਹੈ, ਠੀਕ ਹੈ ਜੀ, ਉਦੋਂ ਕੀ ਹੈ ਜੀ? ਮੰਤਰੀ ਪ੍ਰੀਸ਼ਦ ਦੇ ਵਿੱਚ ਬਹਿ ਕੇ ਉਹ ਪਾਸ ਕਰਦੇ ਆ ਜੀ, ਜਿਹੜੇ ਵੀ MA ਹੁੰਦੇ ਆ ਜੀ, ਠੀਕ ਹੈ ਜੀ। ਜੇ ਮੰਨ ਲਓ ਸੰਸਦ ਦੇ ਵਿੱਚ ਆਪਾਂ ਇੱਧਰ ਜਾਂਦੇ ਵਿਧਾਨ ਪਾਲਿਕਾ ਤਾਂ ਉਹਨਾਂ ਨੂੰ ਕੀ ਕਹਿੰਦੇ ਆ? ਰਾਜ ਸਭਾ ਅਤੇ ਲੋਕ ਸਭਾ ਦੇ ਜਦੋਂ ਮਿਲ ਜਾਂਦੇ ਦੋਨੇ ਮੈਂਬਰ, ਉਹਨਾਂ ਨੂੰ ਕਹਿੰਦੇ ਆ ਮੈਂਬਰ ਆਫ ਪਾਰਲੀਮੈਂਟ, MPs, ਠੀਕ ਹੈ ਜੀ। ਇਸੇ ਤਰ੍ਹਾਂ ਜਦੋਂ ਆਪਾਂ ਰਾਜ 'ਚ ਆਉਂਦੇ ਹਾਂ ਤਾਂ ਉਹਨੂੰ ਕੀ ਕਹਿੰਦੇ ਆ? ਮੈਂਬਰ ਆਫ MLA। M ਦਾ ਮਤਲਬ ਮੈਂਬਰ, ਆਫ, L ਦਾ ਮਤਲਬ ਲੈਜਿਸਲੇਟਿਵ, ਲੈਜਿਸਲੇਟਿਵ ਦਾ ਮਤਲਬ ਵਿਧਾਨ ਹੋ ਗਿਆ, ਠੀਕ ਹੈ ਜੀ। ਅਤੇ ਅਸੈਂਬਲੀ, ਚਾਹੇ ਅਸੈਂਬਲੀ ਦਾ ਮਤਲਬ ਕੀ ਹੋ ਗਿਆ? ਸਭਾ, ਠੀਕ ਹੈ ਜੀ। ਉਹਨੂੰ ਕਹਿੰਦੇ ਜੀ MLA, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਰਾਜ 'ਤੇ, ਠੀਕ ਹੈ ਜੀ। ਇੱਧਰ ਇਹ ਹੁਣ ਆਪਾਂ ਇਹ ਸਟਰਕਚਰ ਦੇਖ ਲਿਆ ਜੀ। ਹੁਣ ਆਪਾਂ ਪੜ੍ਹਾਂਗੇ ਜੀ, ਇੰਨਾ ਕੁਝ ਦੇਖਣ ਦੇ ਬਾਅਦ ਹੁਣ ਆਪਣੀ ਸਮਝ ਵਿਕਸਿਤ ਹੋਊਗੀ। ਹੁਣ ਆਪਾਂ ਪੜ੍ਹਾਂਗੇ ਚਾਰਟਰ ਐਕਟ
1853 जी। ठीक है जी। 1853 का जो चार्टर एक्ट है ये अंतम चार्टर एक्ट है जी, एक नोट करो, अंतम मतलब एंड वाला। ठीक है जी। ठीक है। दूसरा किस दे समय आया जी, ये आया जी लॉर्ड डलहौजी के समय। ठीक है जी। लॉर्ड डलहौजी कदों तक रहा जी अपने गवर्नर जनरल, तो ये रहा जी 1848 तो लैके 1856 तक जी। ठीक है जी। इन्होंने चीज़ों को याद रख। ठीक है। हुण इस एक्ट के जोड़े प्रोविजन है मैं इत्थे लिखूँगा, इत्थे तुहानूं वो समझाऊँगा कि किवें है। इहदा फस्ट प्रोविजन जिहड़ा इहदे विच पहली विशेषता है, ये एक्ट कहता है कि केंद्रीय विधान परिषद का जन्म होया जी। केंद्रीय विधान परिषद का जन्म। ठीक है जी। ये की कहता है कि सेंट्रल लैजिसलेटिव कौंसल। ठीक है भी, वो कहता ये कहता है कि लैजिसलेटिव का जोड़ा जन्म है वो 1853 के एक्ट राही होया। ठीक है जी। देखो जी, विधान पालकों का की काम सीगा, आपां देखिया सी, मैं इत्थे स्ट्रक्चर बना लिया पहला। विधान पालकों का काम सीगा कानून बनाउणा। ठीक है जी। कानून बनाउणा विधान पालकों का काम सीगा, ते लागू कौन करदा सी, पहलां तुसीं देखिया सीगा एग्जीक्यूटिव कार्यपालकां, ते न्याय कौन दवाउंदा सी, जुडिशरी। 1853 का चार्टर एक्ट ये कहता कि केंद्रीय विधान परिषद का जन्म होया। देखो जी, तुसीं इत्थे देखो केंद्र में कोई विधान परिषद शब्द का, कोई विधान परिषद वर्गा कोई शब्द हैगा जी। ये एक्ट तो कहता जी केंद्रीय विधान परिषद का जन्म होया। तुसीं फिर कन्फ्यूजन कहोगे यार भी अज की डेट तो केंद्र में तो नहीं, राज में विधान परिषद हैगी है, आवे पई LC लैजिसलेटिव कौंसल। ठीक है जी। ये तो एक्ट के असीं प्रोविजन पढ़ते हैं तो कहता जी केंद्रीय विधान परिषद का जन्म होया, फिर वो तो केंद्र के किते नज़र नहीं आती। ठीक है जी। ਇਹਦਾ देखो समझण योग गल ये है कि आप 1853 की गल करते हैं, तो जोड़ा आ संसदी रूप है ये तो आप बनाया 1947। ठीक है। तो जोड़ा 1950 के इत्थे तकरीबन इसकी होंद जी आती है। आप लगभग 100 साल पहलों की गल करते हैं। उस टाइम की सीगा, उस टाइम ये सीगा कि ਜਿਹੜੀ संसद सी ना केंद्र ਦੇ ਵਿੱਚ ਉਹਨੂੰ विधान परिषद का नाम दिता जाता सीगा सेंट्रल लैजिसलेटिव कौंसल का दिता गया। मतलब कि जी विधान परिषद का नाम दिता गया। ठीक है जी। उस टाइम 1853 के अज की डेट की है ये है संसद। ठीक है जी। क्योंकि उदों ना तो अपने ਜਿਹੜੇ ਰਾਜ ਸੀਗੇ ਉਹ ਹੋਣ ਚਾਹੇ ਸੀ, क्योंकि तेलंगाना राज ਜਿਹੜਾ ਉਹ ਦੂਜਾ ਆਂਧਰਾ ਪ੍ਰਦੇਸ਼ ਜਿਹੜਾ ਸੀਗਾ ਉਹ ਪਹਿਲਾਂ ਆਪਣਾ ਰਾਜ ਬਣਿਆ ਸੀਗਾ। ਉਦੋਂ ਬਾਅਦ ਇਸ ਰਚਨਾ ਅੱਜ ਦੀ ਹੈ, ਉਸ ਤੋਂ ਬਾਅਦ ਇਸ ਰਚਨਾ ਹੈ 1950 ਤੋਂ ਬਾਅਦ ਦੀ ਇਸ ਰਚਨਾ ਇਹਨਾਂ ਚੀਜ਼ਾਂ ਦੀ। 1853 ਦੇ ਵਿੱਚ ਸਿਰਫ ਸੀ ਜਿਹੜੀ ਸੰਸਦ ਸੀ ਉਹਨੂੰ ਹੀ ਵਿਧਾਨ ਪਰਿਸ਼ਦ ਕਿਹਾ ਜਾਂਦਾ ਸੀਗਾ। ਠੀਕ ਆ। ਕੇਂਦਰ ਵਿੱਚ ਸੀਗੀ ਕਿਉਂਕਿ ਉਦੋਂ ਰਾਜ ਦਾ ਤਾਂ ਕੋਈ ਲੈਣਾ ਦੇਣਾ ਹੈ ਹੀ ਨਹੀਂ ਸੀਗਾ, ਤੇ ਇਹਨੂੰ ਕਹਿੰਦੇ ਸੀ ਕੇਂਦਰੀ ਵਿਧਾਨ ਪਰਿਸ਼ਦ। ਠੀਕ ਹੈ ਜੀ। ਆ ਗਈ ਸਮਝੀ। ਹੁਣ ਤੁਹਾਨੂੰ ਕੁਐਸਚਨ ਪੁੱਛਦੇ ਆ कि चार्टर एक्ट के राही पूछ लेंदे कि अज की संसद बारे भी एक क्वेश्चन सीधा आ सकता है कि संसद का जन्म किस एक्ट राही होया, केंद्रीय संसद। ठीक है जी। उन्होंने आप संसद बोलते हैं, पार्लीमेंट। तो वह जवाब आऊगा चार्टर एक्ट 1853, क्योंकि विधान परिषद सीगा उदों दा नाम पहला। ठीक है जी। जे वो पूछन भी विधान परिषद नूं की कहते लैजिसलेटिव कौंसल सी ते पिछले बन्ने तुसीं उस करके मैं पहली संरचना बनाई है, इंग्लिश में उन्होंने नाम दिते हैं, तुसीं समझ लिओ। लैजिसलेटिव कौंसल का जोड़ा जन्म है वो किस एक्ट राही होया, तो वो होया जी चार्टर एक्ट 1857 तक। तुसीं ये गल समझ चुके होंगे। ठीक है जी। एक आपां पिछे देखिया सीगा,
ਪਿੱਛੇ ਇਹ ਦੇਖਿਆ ਸੀ ਜਿਹੜੇ ਐਕਟ ਆਪਾਂ ਪੜ੍ਹੇ ਸੀਗੇ ਉਹਦੇ ਵਿੱਚ ਪੜ੍ਹਿਆ ਸੀ ਐਗਜ਼ੀਕਿਊਟਿਵ ਕਾਉਂਸਲ। ਐਗਜ਼ੀਕਿਊਟਿਵ ਕਾਉਂਸਲ, ਠੀਕ ਹੈ ਜੀ। ਇਹਦੇ ਵਿੱਚ 4 ਮੈਂਬਰ ਤੇ 1 ਗਵਰਨਰ ਜਨਰਲ ਸੀਗਾ ਜੀ, ਠੀਕ ਹੈ। ਇਹ ਕੀ ਕੰਮ ਕਰਦੀ ਸੀਗੀ? ਇਹ ਕੰਮ ਇਹ ਕਰਦੀ ਸੀਗੀ ਜਦੋਂ ਇਹ ਚੀਜ਼ ਨਹੀਂ ਸੀਗੀ, ਜਦੋਂ ਇਹ ਐਕਟ ਨਹੀਂ ਆਇਆ ਸੀਗਾ, ਉਦੋਂ ਇਹ ਕੀ ਕੰਮ ਕਰਦੀ ਸੀ? ਆਹ ਕੰਮ ਜਿਹੜਾ ਵਿਧਾਨ ਪਾਲਿਕਾ ਦਾ, ਇਹ ਕੰਮ ਇਕੱਲੀ ਸੰਸਥਾ ਕਰਦੀ ਸੀ। ਵਿਧਾਨ ਪਾਲਿਕਾ ਸਮਝ ਲਓ ਹੈ ਹੀ ਨਹੀਂ ਸੀਗੀ, ਠੀਕ ਹੈ ਜੀ। ਇਹ ਕਾਨੂੰਨ ਬਣਾਉਂਦੀ ਸੀ, ਇਹੋ ਹੀ ਲਾਗੂ ਕਰਦੀ ਸੀਗੀ, ਠੀਕ ਹੈ ਜੀ। 2 ਕੰਮ ਕਰਦੀ ਸੀਗੀ, ਠੀਕ ਹੈ ਜੀ। ਇਹ 4-5 ਜਾਣੇ ਕਾਨੂੰਨ ਬਣਾ ਲੈਂਦੇ ਸੀ ਆਪੇ ਬਹਿ ਕੇ, ਆਪੇ ਉਹਨੂੰ ਲਾਗੂ ਕਰ ਦਿੰਦੇ ਸੀ, ਇੰਪਲੀਮੈਂਟ, ਠੀਕ ਹੈ ਜੀ। ਜਦੋਂ ਇਸ ਐਕਟ ਦੇ ਰਾਹੀਂ, ਚਾਰਟਰ ਐਕਟ ਦੇ ਰਾਹੀਂ ਵਿਧਾਨ ਪਾਲਿਕਾ, ਠੀਕ ਹੈ ਜੀ, ਜਾਂ ਕੇਂਦਰੀ ਵਿਧਾਨ ਪ੍ਰੀਸ਼ਦ ਦਾ ਜਨਮ ਹੋ ਜਾਂਦਾ ਹੈ, ਆ ਜਿਹੜੀ ਹੈਗੀ ਸੈਂਟਰਲ ਲੈਜਿਸਲੇਟਿਵ ਅਸੈਂਬਲੀ, ਤਾਂ ਇਹਦੇ ਵਿੱਚ ਕੀ ਕੀਤਾ ਜਾਂਦਾ ਹੈ? ਇਹਦੇ ਵਿੱਚ 12 ਮੈਂਬਰ ਜੋੜੇ ਜਾਂਦੇ ਆ ਜੀ, 12 ਮੈਂਬਰ, ਠੀਕ ਹੈ ਜੀ। 12 ਮੈਂਬਰ ਸੁਣ ਲਿਓ ਜੀ ਕਿਵੇਂ ਹੈ ਜੀ। 5 ਮੈਂਬਰ ਤਾਂ ਇਹੀ ਹੋ ਗਏ ਜੀ, ਠੀਕ ਹੈ ਜੀ। ਐਗਜ਼ੀਕਿਊਟਿਵ ਕਾਉਂਸਲ ਦੇ, ਜਿਹੜੀ ਗਵਰਨਰ ਜਨਰਲ ਦੀ ਕਾਉਂਸਲ ਸੀ, ਜਿਹੜੀ ਪਹਿਲਾਂ ਆਪਾਂ ਐਕਟਾਂ ਦੇ ਵਿੱਚ ਪੜ੍ਹੀ ਹੈ, ਤੁਸੀਂ ਪੜ੍ਹੇ ਹੋਗੇ ਤਾਂ ਬਿਲਕੁਲ ਤੁਹਾਨੂੰ ਸਮਝ ਆ ਜੂਗੀ। 5 ਮੈਂਬਰ ਤਾਂ ਇਹ ਹੋ ਗਏ, ਠੀਕ ਹੈ ਜੀ, ਆਹ ਵਾਲੇ, ਠੀਕ ਹੈ। ਇਸੇ 12 ਮੈਂਬਰਾਂ ਵਿੱਚ ਆਹ ਜਿਹੜੀ ਕਾਉਂਸਲ 'ਚ ਹੈ ਸੈਂਟਰਲ ਲੈਜਿਸਲੇਟਿਵ, ਜਦੋਂ ਇਹਦਾ ਜਨਮ ਹੋਇਆ, ਠੀਕ ਹੈ ਜੀ। ਇਸ ਤੋਂ ਇਲਾਵਾ 2 ਜੱਜ ਸੀਗੇ। ਜੱਜ ਕਿੱਥੋਂ ਸੀਗੇ ਜੀ? ਕਲਕੱਤਾ ਦੀ, ਆਪਾਂ ਦੇਖਿਆ ਸੀ ਨਾ 1773 ਦੇ ਵਿੱਚ ਕਲਕੱਤਾ ਦੀ ਜਿਹੜੀ ਕੀ ਨਾ ਸੁਪਰੀਮ ਕੋਰਟ ਸੀਗੀ, ਐਸਸੀ ਬਣਾਈ ਸੀ, ਉਹਦੇ ਜੱਜ ਸੀਗੇ। ਇਹਦੇ ਵਿੱਚੋਂ 1 ਜੱਜ ਮੁੱਖ ਸੀਗਾ, ਚੀਫ ਜਸਟਿਸ ਸੀਗਾ, ਤੇ 1 ਜਿਹੜਾ ਹੋਰ ਰੈਗੂਲਰ ਜੱਜ ਸੀਗਾ। 2 ਜੱਜ ਹੋ ਗਏ, ਟੋਟਲ ਹੋ ਗਏ 7, ਠੀਕ ਹੈ ਜੀ। ਫਿਰ ਇਹਦੇ ਵਿੱਚ ਹੋਰ ਕੀ ਕੀਤਾ ਗਿਆ ਜੀ? ਇੱਕ ਇਹਦੇ ਵਿੱਚ ਆਉਂਦਾ ਸੀਗਾ ਜੀ ਚੀਫ ਇਨ ਕਮਾਂਡਰ, ਜਿਹੜਾ ਸੈਨਾ ਦਾ ਹੁੰਦਾ, ਚੀਫ ਇਨ ਕਮਾਂਡਰ, ਠੀਕ ਹੈ ਜੀ। ਕਿੰਨੇ ਹੋ ਗਏ ਜੀ? 5 ਤੇ 2 8 ਹੋ ਗਏ। ਤੇ 4 ਮੈਂਬਰ ਸੀਗੇ ਜਿਹੜੇ ਮੁੰਬਈ ਤੋਂ ਸੀ, ਇੱਕ ਮਦਰਾਸ ਤੋਂ, ਇੱਕ ਹੈਗਾ ਸੀਗਾ ਜੀ ਬੰਗਾਲ ਤੋਂ, ਤੇ ਇੱਕ ਆਗਰਾ, ਠੀਕ ਹੈ ਜੀ। ਤੇ ਟੋਟਲ ਹੋ ਗਏ 12, ਠੀਕ ਹੈ ਜੀ। ਟੋਟਲ ਮੈਂਬਰ ਹੋ ਗਏ 12 ਜੀ, ਠੀਕ ਹੈ ਜੀ। ਆ ਗਵਰਨਰ ਜਨਰਲ ਵੀ ਇਹਨਾਂ ਦੇ ਵਿੱਚ ਸੀ, ਠੀਕ ਹੈ ਜੀ। ਇੱਥੋਂ ਹੁੰਦਾ ਜੀ ਕੇਂਦਰੀ ਵਿਧਾਨ ਪ੍ਰੀਸ਼ਦ ਦਾ ਜਨਮ, ਸੈਂਟਰਲ ਲੈਜਿਸਲੇਟਿਵ ਕਾਉਂਸਲ ਦਾ ਜਨਮ, ਜਾਂ ਸੰਸਦ ਦਾ ਜਨਮ, ਠੀਕ ਹੈ ਜੀ। ਸੰਸਦ ਕਹਿ ਲਓ ਜਾਂ ਵਿਧਾਨ ਪਾਲਿਕਾ ਕਹਿ ਲਓ, ਇੱਕੋ ਹੀ ਗੱਲ ਹੈ, ਕਿਉਂਕਿ ਆਹ ਚੀਜ਼ ਸੰਸਦ ਦੀਆਂ ਆਹ ਚੀਜ਼ਾਂ ਸੰਰਚਨਾ ਉਦੋਂ ਨਹੀਂ ਆਈ ਸੀਗੀ, ਠੀਕ ਹੈ ਜੀ। ਉਦੋਂ ਸੰਸਦ ਨੂੰ ਵਿਧਾਨ ਪ੍ਰੀਸ਼ਦ ਕਹਿੰਦਾ ਸੀਗਾ। ਤੇ ਇਹਦਾ ਕੀ ਕੰਮ ਸੀਗਾ? ਵਿਧਾਨ ਪ੍ਰੀਸ਼ਦ ਦਾ ਕੰਮ ਸੀ, ਇਹਦਾ ਕੰਮ ਸੀਗਾ ਜੀ ਉਦੋਂ ਕਾਨੂੰਨ ਬਣਾਉਣਾ, ਠੀਕ ਹੈ ਜੀ। ਕੀ ਕਰਦੇ ਸੀ? ਪਹਿਲਾਂ ਤਾਂ ਜਨਰਲ ਗਵਰਨਰ ਸੀਗੀ, ਇਹਨੇ ਇਹ ਸੰਸਥਾ ਕਾਨੂੰਨ ਬਣਾ ਲੈਂਦੀ ਸੀ, ਇਹੀ ਲਾਗੂ ਕਰ ਦਿੰਦੀ ਸੀ। ਜਦੋਂ ਇਹ ਇਸੇ ਗਵਰਨਰ ਜਨਰਲ ਨੇ ਇਹ ਚੀਜ਼ ਬਣਾਈ ਕਿ 12 ਮੈਂਬਰ ਹੋਰ ਲੈ ਕੇ ਆਈਏ, ਆਪਾਂ ਥੋੜ੍ਹੇ 6 ਮੈਂਬਰ ਹੋਰ ਵਧਾਈਏ, ਚਾਹੇ ਮਤਲਬ 12 ਮੈਂਬਰਾਂ ਦੀ ਇੱਕ ਕੌਂਸਲ ਹੋਵੇ, ਠੀਕ ਹੈ ਜੀ। ਤਾਂ ਉਹਦੇ ਵਿੱਚ ਇਹ ਹੋਇਆ ਕਿ 12 ਮੈਂਬਰ ਸੀਗਾ, ਇਹ ਜਿਹੜੇ 12 ਮੈਂਬਰ ਸੀ ਨਾ, ਇਹ ਸਿਰਫ ਵਿਧਾਨ ਪਾਲਿਕਾਂ ਦਾ ਕੰਮ ਕਰਦੇ ਸੀ ਇਹਨਾਂ ਦਾ, ਠੀਕ ਹੈ ਜੀ। ਤੇ ਐਗਜ਼ੀਕਿਊਟ ਕਾਉਂਸਲ ਦਾ, ਜਿਹੜੀ ਆਪਾਂ ਪਿੱਛੇ ਪੜ੍ਹੀ ਸੀਗੀ, ਤੁਸੀਂ ਪਹਿਲਾਂ ਤੁਹਾਨੂੰ ਮੈਂ ਲਿਖਾਇਆ ਸੀ ਐਗਜ਼ੀਕਿਊਟਿਵ, ਕਾਰਜਕਾਰੀ, ਕਾਰਜਪਾਲਿਕਾ, ਤੇ ਉਹਦਾ ਕੰਮ ਜਿਹੜਾ ਸੀਗਾ ਇਹੀ ਕਾਉਂਸਲ ਕਰਦੀ ਸੀ। ਕਹਿਣ ਦਾ ਭਾਵ ਕਿ ਆਹ ਜਿਹੜੇ 5 ਮੈਂਬਰ ਜਿਹੜੇ ਇੱਥੇ ਆ, ਇਹ ਜਦੋਂ ਸੈਂਟਰਲ ਲੈਜਿਸਲੇਟਿਵ ਕਾਉਂਸਲ ਵਿੱਚ ਬੈਠਦੇ ਸੀਗੇ, ਉਹਦੇ ਵਿੱਚ ਵੀ ਬੈਠਦੇ ਸੀਗੇ। ਤੇ ਜਦੋਂ ਇਹ ਅਲੱਗ ਦੇ ਵਿੱਚ, ਜਦੋਂ ਇਹ ਕਾਨੂੰਨ ਨੂੰ ਮਤਲਬ ਇੱਥੇ ਕਾਨੂੰਨ ਇਹਨਾਂ ਬਣਾ ਲਿਆ ਸਾਰਿਆਂ 12 ਨੇ ਸਹਿਮਤੀ ਨਾਲ, ਜਦੋਂ ਲਾਗੂ ਕਰਨਾ ਵਾ ਉਦੋਂ ਫਿਰ 5 ਜਣੇ ਇਹੀ ਪਾਸ ਕਰਦੇ ਸੀ, ਠੀਕ ਹੈ ਜੀ। ਲੋੜ ਪੈਣ 'ਤੇ ਗਵਰਨਰ ਜਨਰਲ ਆਪਦੀ ਵਿਟੋ ਪਾਵਰ ਵੀ ਲਾ ਦਿੰਦਾ ਸੀਗਾ, ਆਪਾਂ ਪਿਛਲੇ ਐਕਟਾਂ ਰਾਹੀਂ ਦੇਖਿਆ ਸੀਗਾ, ਠੀਕ ਹੈ ਜੀ। ਇਸ ਤੋਂ ਪਤਾ ਲੱਗਦਾ ਹੈ, ਇਹ ਤੋਂ ਇਹ ਜਿਹੜੇ 12 ਮੈਂਬਰ ਸੀ ਨਾ, ਇਹਨਾਂ ਨੂੰ ਹੀ ਜਦੋਂ ਜੋੜਿਆ ਜਾਂਦਾ, ਜਦੋਂ 7 ਮੈਂਬਰ ਹੋਰ ਆਉਂਦੇ ਨਾਲ ਜੋੜਦੇ ਆ ਇਹਨਾਂ ਦੇ ਨਾਲ ਗਵਰਨਰ ਜਨਰਲ ਦੀ ਜਿਹੜੀ ਪ੍ਰੀਸ਼ਦ ਹੈ, ਠੀਕ ਹੈ ਜੀ। ਉਹਦੇ ਵਿੱਚ ਜਦੋਂ 12 ਮੈਂਬਰਾਂ ਦੀ ਸੰਰਚਨਾ ਜੁੜ ਜਾਂਦੀ ਹੈ, ਅਤੇ ਜਦੋਂ 12 ਮੈਂਬਰ ਕੋਈ ਨਿਰਣਾ ਲੈਂਦੇ ਆ, ਅਤੇ ਉਹਨੂੰ ਕਹਿੰਦੇ ਆ ਸੈਂਟਰਲ ਲੈਜਿਸਲੇਟਿਵ ਕਾਉਂਸਲ, ਠੀਕ ਹੈ ਜੀ। ਕੇਂਦਰੀ ਵਿਧਾਨ ਪ੍ਰੀਸ਼ਦ, ਜਾਂ ਇਹਨੂੰ ਮਿੰਨੀ ਸੰਸਦ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਅੱਜ ਦੀ ਸੰਸਦ ਅਤੇ ਉਦੋਂ ਇਹਦਾ ਨਾਮ ਸੀਗਾ ਵਿਧਾਨ ਪ੍ਰੀਸ਼ਦ। ਇਹ ਕਲੀਅਰ ਹੋ ਗਿਆ, ਠੀਕ ਹੈ ਜੀ। ਇਹਦਾ ਕੀ ਕੰਮ ਸੀਗਾ? ਜੋ ਵਿਧਾਨ ਪਾਲਿਕਾ ਦਾ ਕੰਮ ਕੀ ਹੁੰਦਾ? ਕਾਨੂੰਨ ਬਣਾਉਣਾ। ਅਤੇ ਲਾਗੂ ਕੌਣ ਕਰਦਾ ਸੀਗਾ? ਗਵਰਨਰ ਜਨਰਲ ਦੀ ਪ੍ਰੀਸ਼ਦ। ਪਹਿਲਾ ਪੁਆਇੰਟ ਇੱਥੋਂ ਇਹ ਜਿਹੜਾ ਕਲੀਅਰ ਇਹਦਾ ਹੋ ਗਿਆ ਚਾਰਟਰ ਐਕਟ ਦਾ, ਕਿ ਕੇਂਦਰੀ ਵਿਧਾਨ ਪ੍ਰੀਸ਼ਦ ਦਾ ਜਨਮ ਹੈ ਉਹ ਜਿਹੜਾ ਹੈ ਕਿਸ ਐਕਟ ਰਾਹੀਂ ਹੁੰਦਾ ਹੈ? 1853 ਰਾਹੀਂ,
ठीक है। ਜਾਂ ਸੰਸਦ ਦਾ ਜਨਮ ਕਿਹੜੇ ਐਕਟ ਰਾਹੀਂ? ਤੇ 1857 ਦੇ ਰਾਹੀਂ। ਹੁਣ ਤੁਹਾਨੂੰ ਇਹ ਸਮਝ ਆ ਗਈ ਹੋਊਗੀ ਕਿ ਇਹਦੇ ਵਿੱਚ ਕਿੰਨੇ ਮੈਂਬਰ ਸੀਗੇ ਜਦੋਂ ਸੈਂਟਰਲ ਲੈਜਿਸਲੇਟਿਵ ਕੌਂਸਲ ਬਣੀ ਜਾਂ ਪਾਰਲੀਮੈਂਟ ਬਣੀ, ਜਾਂ ਮਿੰਨੀ ਪਾਰਲੀਮੈਂਟ ਕਹਿੰਦੇ ਆ, ਪੁਰਾਣਾ ਨਾਮ ਹੈ ਇਹਦਾ, ਠੀਕ ਹੈ ਜੀ। ਤਾਂ ਉਦੋਂ ਇਹਦੇ ਵਿੱਚ 12 ਮੈਂਬਰ ਸੀਗੇ। ਦੂਜਾ ਇਹਦਾ ਕੀ ਕੰਮ ਹੈ? ਦੂਜਾ ਇਹ ਚਾਰਟਰ ਐਕਟ ਇਹ ਕੰਮ ਕਰਦਾ ਹੈ, ਦੂਜਾ ਕੰਮ ਇਹ ਇਸੇ ਦਾ ਜੀ, ਪਹਿਲਾ ਕੰਮ ਤਾਂ ਇਹ ਹੋ ਗਿਆ। ਦੂਜਾ ਕੰਮ ਇਹਦਾ ਹੈ, ਇਹ ਕਹਿੰਦਾ ਕਿ ਵਿਧਾਨ ਪਾਲਕਾਂ ਨੂੰ ਕਾਰਜਪਾਲਕਾਂ ਤੋਂ ਵੱਖ ਕੀਤਾ ਜੀ। ਕਾਰਜਪਾਲਕਾਂ ਤੋਂ ਵੱਖ। ਦੇਖੋ ਜਿਹੜੀ ਹੈਗੀ ਲੈਜਿਸਲੇਚਰ ਨੂੰ ਐਗਜ਼ੀਕਿਊਟਿਵ ਤੋਂ ਵੱਖ ਕੀਤਾ, ਠੀਕ ਹੈ ਜੀ। ਉਹ ਕਿਵੇਂ? ਆਪਾਂ ਦੇਖਿਆ ਸੀਗਾ ਕਿ ਪਹਿਲਾਂ ਗਵਰਨਰ ਜਨਰਲ ਦੀ ਇੱਕ ਕਾਰਜਕਾਰੀ ਪ੍ਰੀਸ਼ਦ ਸੀ, ਉਹ ਹੀ ਕਾਨੂੰਨ ਬਣਾਉਂਦੀ ਸੀ, ਠੀਕ ਹੈ ਜੀ, ਉਹ ਹੀ ਲਾਗੂ ਕਰਦੀ ਸੀ। ਲੇਕਿਨ ਜਦੋਂ ਉਹਨੇ ਮੈਂਬਰ ਜੋੜ ਲਏ ਤਾਂ ਕੇਂਦਰੀ ਵਿਧਾਨ ਪ੍ਰੀਸ਼ਦ ਦਾ ਜਨਮ ਹੋ ਗਿਆ, ਮੰਨ ਲਓ ਵਿਧਾਨ ਪਾਲਕਾਂ ਦਾ, ਠੀਕ ਹੈ ਜੀ। ਇਹ ਚੀਜ਼ ਅੱਡ ਹੋ ਗਈ। ਦੇਖੋ ਆਹ ਚੀਜ਼ ਅੱਡ ਹੋ ਗਈ, ਕਾਰਜਪਾਲਕਾਂ ਵਾਲੀ ਜਿਹੜੀ ਆਹ ਚੀਜ਼ ਅੱਡ ਹੋ ਗਈ, ਠੀਕ ਹੈ ਜੀ। ਸਪਸ਼ਟ ਹੋ ਗਿਆ ਕਿ ਕਾਨੂੰਨ ਬਣਾਉਣ ਵਾਲੀ ਸੰਸਥਾ ਜਿਹੜੀ ਹੈ, ਵਿਧਾਨ ਪਾਲਕਾਂ 'ਚੋਂ ਕਿਹਨੇ ਜਨਮ ਲੈ ਲਿਆ ਜੀ? ਸੈਂਟਰਲ ਲੈਜਿਸਲੇਟਿਵ ਨੇ, CLC, ਸੈਂਟਰਲ ਲੈਜਿਸਲੇਟਿਵ ਕੌਂਸਲ, ਠੀਕ ਹੈ ਜੀ। ਅਤੇ ਕਾਰਜਪਾਲਕਾਂ ਤੋਂ ਉਹੀ ਹੈੱਡ ਕਰਨ ਦੀ ਹੈ ਕਿ ਹੁਣ ਐਗਜ਼ੀਕਿਊਟਿਵ ਕੌਂਸਲ, ਜਾਂ ਗਵਰਨਰ ਜਨਰਲ ਦੀ ਜਿਹੜੀ ਪ੍ਰੀਸ਼ਦ ਹੈ ਉਹਨੂੰ ਕੀ ਕਹਿੰਦੇ? ਐਗਜ਼ੀਕਿਊਟਿਵ ਕੌਂਸਲ, ਠੀਕ ਹੈ ਜੀ। ਤਾਂ ਇਸ ਐਕਟ ਦੇ ਵਿੱਚ ਦੂਜਾ ਪੁਆਇੰਟ ਹੈ, ਇਹ ਵੀ ਨਿਕਲ ਕੇ ਆ ਗਿਆ ਕਿ ਵਿਧਾਨ ਪਾਲਕਾਂ ਨੂੰ ਕਾਰਜਪਾਲਕਾਂ ਤੋਂ ਵੱਖ ਕੀਤਾ ਗਿਆ, ਠੀਕ ਹੈ ਜੀ। ਆਸ ਹੈ ਕਿ ਤੁਸੀਂ ਇਸ ਨੂੰ ਸਮਝ ਗਏ ਹੋਵੋਗੇ, ਠੀਕ ਹੈ ਜੀ। ਤਾਂ ਹੁਣ ਤੁਸੀਂ ਜਦੋਂ ਦੇਖੋ ਵਿਧਾਨ ਪ੍ਰੀਸ਼ਦ ਦੀ ਸਥਾਪਨਾ ਹੁੰਦੀ ਹੈ, ਠੀਕ ਹੈ ਜੀ, ਕੇਂਦਰੀ ਵਿਧਾਨ ਪ੍ਰੀਸ਼ਦ ਦੀ ਜਾਂ ਸੰਸਦ ਦੀ ਕੇਂਦਰੀ, ਤੋਂ ਕਿਹੜੇ ਐਕਟ ਰਾਹੀਂ? 1853 ਐਕਟ ਰਾਹੀਂ, ਠੀਕ ਹੈ ਜੀ। ਇਸੇ ਜਦੋਂ ਮਤਲਬ ਸਥਾਪਨਾ ਹੋ ਜਾਂਦੀ ਹੈ ਅਤੇ ਇਸੇ ਵਿੱਚੋਂ ਇਹ ਗੱਲ ਨਿਕਲ ਕੇ ਆ ਜਾਂਦੀ ਕਿ ਪਹਿਲਾਂ ਗਵਰਨਰ ਦੀ ਕਾਰਜਕਾਰੀ ਪ੍ਰੀਸ਼ਦ ਹੀ ਜਿਹੜਾ ਕਿ ਨਾ ਕੰਮ ਕਰਦੀ ਸੀ, ਸਾਰਾ ਕਾਨੂੰਨ ਲਾਗੂ ਵੀ ਕਰਦੀ ਸੀ ਅਤੇ ਕਾਨੂੰਨ ਬਣਾਉਂਦੀ ਵੀ ਸੀ। ਹੁਣ ਜਦੋਂ ਵੱਖ ਕਰ ਦਿੱਤਾ ਗਿਆ ਤਾਂ ਕੀ ਹੋ ਗਿਆ ਕਿ ਵਿਧਾਨ ਪਾਲਕਾਂ ਦਾ ਕੰਮ ਵੱਖ ਹੋ ਗਿਆ, ਕਿਉਂਕਿ ਵਿਧਾਨ ਪਾਲਕਾਂ ਦੇ ਵਿੱਚ ਇਹ ਚੀਜ਼ ਆ ਗਈ, ਆਹ ਸਟਰਕਚਰ ਵਿਧਾਨ ਪਾਲਕਾਂ ਦੇ ਵਿੱਚ ਚਲਾ ਗਿਆ, ਠੀਕ ਹੈ ਜੀ। ਅਤੇ ਆਹ ਜਿਹੜਾ ਵਾ ਕਾਰਜਕਾਰੀ ਐਗਜ਼ੀਕਿਊਟਿਵ ਦੇ ਵਿੱਚ ਕਾਰਜਪਾਲਕਾਂ ਦੇ ਵਿੱਚ ਕੰਮ ਕਰਨ ਲੱਗ ਪਿਆ। ਅਤੇ ਇਹ ਦੋਵੇਂ ਚੀਜ਼ਾਂ ਕੀ ਨਾ ਅੱਡੋ ਅੱਡ ਹੋ ਗਈਆਂ, ਠੀਕ ਹੈ ਜੀ। ਇਹ ਦੋ ਜਿਹੜੇ ਆ ਮੇਨ ਪ੍ਰੋਵੀਜ਼ਨ ਹੈ ਉਹ ਆਪਾਂ ਅੱਜ ਦੀ ਵੀਡੀਓ ਵਿੱਚ ਦੇਖ ਲਏ, ਠੀਕ ਹੈ ਜੀ। ਵੀਡੀਓ ਲੰਬੀ ਹੋ ਜਾਣ ਕਾਰਨ ਜਿਹੜੇ ਅਗਲੇ ਪ੍ਰੋਵੀਜ਼ਨ ਹੈ 1853 ਐਕਟ ਦੇ, ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੀ। ਸੋ ਜੇ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਵੇਖ ਲੈਂਦੇ ਆ, ਕਿਤੇ ਵੀ ਤੁਹਾਡਾ ਡਾਊਟ ਨਹੀਂ ਰਹੂਗਾ, ਇੱਕ ਕੰਸਟਰੇਸ਼ਨ ਬਣਾ ਕੇ ਇੱਕ ਸ਼ਾਂਤੀ ਦੇ ਮਾਹੌਲ ਦੇ ਵਿੱਚ ਇਸ ਵੀਡੀਓ ਨੂੰ 2 ਵਾਰੀ ਦੇਖ ਲਓ ਅਤੇ ਤੁਹਾਨੂੰ ਇਹ ਬਿਲਕੁਲ ਸਮਝ ਆ ਜਾਊਗੀ ਕਿ ਵਿਧਾਨ ਪ੍ਰੀਸ਼ਦ ਹੈ, ਸੰਸਦ ਨੂੰ 1853 ਦੇ ਵਿੱਚ ਹੀ ਜਿਹੜਾ ਕੀ ਹੈ ਵਿਧਾਨ ਪ੍ਰੀਸ਼ਦ ਕਿਹਾ ਜਾਂਦਾ ਸੀਗਾ, ਠੀਕ ਹੈ ਜੀ, ਮਤਲਬ ਲੈਜਿਸਲੇਟਿਵ ਕੌਂਸਲ, ਠੀਕ ਹੈ ਜੀ। ਸੋ ਮੈਂ ਆਸ ਕਰਦਾ ਹਾਂ ਕਿ ਜੇ ਮੇਰੇ ਦੁਆਰਾ ਜੋ ਆ ਤੁਹਾਨੂੰ ਕਲਾਸ ਦਿੱਤੀ ਗਈ ਹੈ ਉਹਦੀ ਤੁਹਾਡੇ ਗਿਆਨ 'ਚ ਵਾਧਾ ਵੀ ਕਰੇਗੀ ਔਰ ਤੁਹਾਡੇ ਜਿਹੜੇ ਕੁਝ ਡਾਊਟ ਹੈ ਉਹ ਵੀ ਜਿਹੜੇ ਕਲੀਅਰ ਹੋਣਗੇ। ਸੋ ਇਸੇ ਆਸ ਦੇ ਨਾਲ ਮੈਂ ਨੈਕਸਟ ਜਿਹੜੀ ਇਹਦਾ ਥੋੜ੍ਹੇ ਜਿਹੇ ਜਿਹੜੇ ਪ੍ਰੋਵੀਜ਼ਨ ਹੈ ਚਾਰਟਰ ਐਕਟ 1853 ਦੇ, ਉਹ ਅਗਲੀ ਕਲਾਸ ਦੇ ਵਿੱਚ ਲੈ ਕੇ ਆਊਂਗਾ ਜੀ। ਅਤੇ ਅੱਜ ਦੀ ਜਿਹੜੀ ਕਲਾਸ ਹੈ ਉਹ ਇੰਨੀ ਹੈ। ਸੋ ਜਿੰਨੇ ਵੀ ਸਟੂਡੈਂਟ ਜੋ ਵੀ ਕੋਈ ਵੀ ਹੈ ਮਾਸਟਰ ਕੇਡਰ ਦੀ ਤਿਆਰੀ ਕਰਦਾ ਜਾਂ ਅਦਰ ਐਗਜ਼ਾਮ ਦੀ, ਜਿੰਨੇ ਵੀ ਵਾਚ ਕਰ ਲਿਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।